बहुत लंबा समा हो गया ਹੁਣ ਜਿਹੜਾ ਵਿਵਾਦ ਸ਼ੁਰੂ ਹੋਇਆ ਸੀ ਉਹ ਚੱਲ ਰਿਹਾ ਹੈ, ਕੜੀ ਦਰ ਕੜੀ ਵਿਵਾਦ ਅੱਗੇ ਵਧਦਾ ਜਾ ਰਿਹਾ। ਤੁਸੀਂ ਕੀ ਮੰਨਦੇ ਹੋ ਇਸ ਵਿਵਾਦ ਦੇ ਪਿਛਲੇ ਅਸਲ ਕਾਰਨ ਕੀ ਨੇ? ਵਿਵਾਦ ਤਾਂ ਜੀ ਜਥੇਦਾਰਾਂ ਨੇ ਖਤਮ ਕਰ ਦਿੱਤਾ ਹੈ ਨਾ। ਉਹਨਾਂ ਨੇ ਜਦੋਂ ਕਹਿ ਦਿੱਤਾ ਹੈ ਕਿ ਕੋਈ ਪ੍ਰੋਗਰਾਮ ਨਾ ਕਰਵਾਓ, ਕੋਈ ਵੀਡੀਓ ਵੀ ਨਾ ਸੁਣੋ, ਇਹਦਾ ਪ੍ਰਚਾਰ ਨਾ ਸੁਣੋ, ਬਸ ਫਿਰ ਤਾਂ ਵਿਵਾਦ ਖਤਮ ਹੋ ਗਿਆ। ਇਹੀ ਉਹ ਚਾਹੁੰਦੇ ਸੀਗੇ। ਵੱਡੀ ਧਿਰ ਹੈ, ਵੱਡੀ ਧਿਰ ਨੇ ਆਪਣਾ ਫੈਸਲਾ ਸੁਣਾ ਦਿੱਤਾ। ਜਿਹੜਾ ਹੁਣ ਕੰਮ ਕੀਤਾ ਇਹਨਾਂ ਨੇ, ਜਿਹੜਾ ਤੁਸੀਂ ਕਿਹਾ ਹੈ ਹੁਣ ਲੋ 10-15 ਦਿਨਾਂ 'ਚ ਮਹੀਨੇ 'ਚ ਖਬਰ ਆਈ ਵੀ ਜਥੇਦਾਰ ਜੀ ਦੀ ਪੱਕੀ ਨਿਯੁਕਤੀ ਹੋ ਗਈ, ਕਿਉਂਕਿ ਬਾਬਾ ਧੁੰਮਾ ਜੀ ਖੁਸ਼ ਹੋ ਗਏ ਹੋਣਗੇ ਵੀ ਢੱਡਰੀਆਂ ਵਾਲੇ ਨੂੰ ਐਂ ਕਰਤਾ। ਦੇਖੋ ਜੀ, ਕੋਈ ਇਹੋ ਜਿਹਾ ਬੰਦਾ ਸਿੱਖ ਹੈ ਨਹੀਂ ਜਿਹੜਾ ਇਸ ਗੱਲੋਂ ਅਣਜਾਣ ਹੋਵੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਕਿੱਦਾਂ ਹੁੰਦੀ ਹੈ, ਕਿਵੇਂ ਹੁੰਦੀ ਹੈ। ਜਿਹੜੇ ਲੀਡਰਾਂ ਦੇ ਅਰਦਾਸਾਂ ਕੀਤੀਆਂ ਜਾਂਦੀਆਂ ਲੀਡਰਾਂ ਲਈ, ਲੀਡਰਾਂ ਦੀ ਚੜ੍ਹਦੀ ਕਲਾ ਦੀ, ਉਹਨਾਂ ਨੂੰ ਵੋਟਾਂ ਪਾਓ ਜੀ। ਮੇਰੇ ਵੱਲੋਂ ਤਾਂ ਅੱਜ ਤੱਕ ਸਟੇਟਮੈਂਟ ਨਹੀਂ ਆਈ। ਮੈਨੂੰ ਤਾਂ ਕਹਿੰਦੇ ਸਰਕਾਰੀ ਸਿਕਿਉਰਿਟੀ, ਉਹ ਧੱਕਾ ਕਰਨਗੇ, ਮਾਰਨ ਆਉਣਗੇ, ਸਿਕਿਉਰਿਟੀ ਤਾਂ ਲੈਣੀ ਪੈਣੀ ਹੈ, ਮਜਬੂਰੀ ਬਣ ਜਾਣੀ ਹੈ। ਪਰ ਅੱਜ ਤੱਕ ਮੇਰੀ ਕੋਈ ਸਟੇਟਮੈਂਟ ਵੀ ਕਿਸੇ ਇੱਕ ਪਾਰਟੀ ਦੀ ਸਪੋਰਟ ਕਰੋ, ਅੱਜ ਤੱਕ ਮੈਂ ਤਾਂ ਕਦੇ ਕਿਹਾ ਨਹੀਂ। ਮੈਂ ਜਥੇਦਾਰ ਜੀ ਨੂੰ ਪੁੱਛਣਾ ਚਾਹੁੰਦਾ ਵੀ ਜਥੇਦਾਰ ਜੀ, ਬੱਕਰਾ ਵੱਢਣਾ ਗੁਰਮਤ ਵਿੱਚ ਆਉਂਦਾ? ਗੁਰੂ ਗ੍ਰੰਥ ਸਾਹਿਬ ਦੀ ਉੱਥੇ ਹਜ਼ੂਰ ਸਾਹਿਬ ਵੱਢਿਆ ਜਾਂਦਾ ਹੈ। ਤਿਲਕ ਲਾਉਣਾ ਗੁਰਮਤ 'ਚ ਆਉਂਦਾ ਹੈ? ਜਿਹੜੇ ਆਰਤੀਆਂ ਇੱਦਾਂ ਫੜ ਕੇ ਕਰਨੀਆਂ ਗੁਰਮਤ 'ਚ ਆਉਂਦੀਆਂ ਨੇ? ਅਕਾਲ ਤਖਤ ਤੋਂ ਉਲਟ 10 ਰਹਿਤ ਮਰਿਆਦਾ ਆਪੋ ਆਪਣੀਆਂ ਬਾਬਿਆਂ ਨੇ ਬਣਾਈਆਂ ਨੇ, ਉਹ 'ਚ ਆਉਂਦੀਆਂ ਨੇ। ਤੁਸੀਂ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਹੋਈ, ਉਹ ਹੈਗਾ ਤਾਂ ਸਭ ਕੁਝ ਗੁਰਮਤ ਤੋਂ ਉਲਟ ਹੈ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਖ ਪੰਥ ਦੇ ਪ੍ਰਚਾਰਕ ਅਤੇ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਬੀਤੀ ਦਿਨੀ ਅਕਾਲ ਤਖਤ ਸਾਹਿਬ ਦੀ ਜੋ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਸੀ, ਉਸ ਇਕੱਤਰਤਾ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀ ਵਾਲਿਆਂ ਦਾ ਜੋ ਕਿਹਾ ਗਿਆ, ਭਾਈ ਸਾਹਿਬ ਦੇ ਵੱਲੋਂ ਖੁਦ ਹੀ ਆਪਣੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਦਾ ਸਮਾਜਿਕ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਸਿੰਘ ਸਾਹਿਬਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕੋਈ ਵੀ ਦੀਵਾਨ ਨਾ ਲਗਵਾਏ ਜਾਣ, ਭਾਈ ਸਾਹਿਬ ਦੀਆਂ ਕੋਈ ਵੀ ਵੀਡੀਓ, ਆਡੀਓ, ਕੋਈ ਵੀ ਅਜਿਹਾ ਮਟੀਰੀਅਲ ਹੈ, ਪ੍ਰਚਾਰ ਸੰਬੰਧੀ ਸਮੱਗਰੀ ਹੈ, ਉਸ ਨੂੰ ਸ਼ੇਅਰ ਨਾ ਕੀਤਾ ਜਾਵੇ। ਭਾਈ ਰਣਜੀਤ ਸਿੰਘ ਨੇ ਇਸ ਗੱਲ ਨੂੰ ਆਪਣਾ ਸਮਾਜਿਕ ਕਤਲ ਦੱਸਿਆ ਤੇ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਦੇ ਲਈ ਮੌਜੂਦ ਨੇ ਤੇ ਉਹਨਾਂ ਤੋਂ ਪੁੱਛਾਂਗੇ ਕੀ ਇਸ ਸਾਰੇ ਮਸਲੇ ਦੇ ਪਿੱਛੇਲੇ ਕਾਰਨ ਨੇ ਤੇ ਕੀ ਅਸਲ ਦੇ ਵਿੱਚ ਵਿਵਾਦ ਕੀ ਹੈ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅਜੀਤ ਵੈਬ ਦੇ ਉੱਤੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਬਹੁਤ ਲੰਮਾ ਸਮਾਂ ਹੋ ਗਿਆ ਹੁਣ ਜਿਹੜਾ ਵਿਵਾਦ ਸ਼ੁਰੂ ਹੋਇਆ ਸੀ ਉਹ ਚੱਲ ਰਿਹਾ ਹੈ, ਕੜੀ ਦਰ ਕੜੀ ਵਿਵਾਦ ਅੱਗੇ ਵਧਦਾ ਜਾ ਰਿਹਾ। ਤੁਸੀਂ ਕੀ ਮੰਨਦੇ ਹੋ ਇਸ ਵਿਵਾਦ ਦੇ ਪਿਛਲੇ ਅਸਲ ਕਾਰਨ ਕੀ ਨੇ? ਵਿਵਾਦ ਤਾਂ ਜੀ ਜਥੇਦਾਰਾਂ ਨੇ ਖਤਮ ਕਰ ਦਿੱਤਾ ਹੈ ਨਾ। ਉਹਨਾਂ ਨੇ ਜਦੋਂ ਕਹਿ ਦਿੱਤਾ ਹੈ ਕਿ ਕੋਈ ਪ੍ਰੋਗਰਾਮ ਨਾ ਕਰਵਾਓ, ਕੋਈ ਵੀਡੀਓ ਵੀ ਨਾ ਸੁਣੋ, ਇਹਦਾ ਪ੍ਰਚਾਰ ਨਾ ਸੁਣੋ, ਬਸ ਫਿਰ ਤਾਂ ਵਿਵਾਦ ਖਤਮ ਹੋ ਗਿਆ। ਇਹੀ ਉਹ ਚਾਹੁੰਦੇ ਸੀਗੇ। ਵੱਡੀ ਧਿਰ ਹੈ, ਵੱਡੀ ਧਿਰ ਨੇ ਆਪਣਾ ਫੈਸਲਾ ਸੁਣਾ ਦਿੱਤਾ। ਹਾਲਾਂਕਿ ਮੈਂ ਪਿਛਲੇ 5-6 ਮਹੀਨੇ ਤੋਂ ਲੋਕਡਾਊਨ ਤੋਂ ਪਹਿਲਾਂ ਹੀ 1 ਮਹੀਨਾ ਆਪਣੇ ਦੀਵਾਨ ਬੰਦ ਕਰ ਦਿੱਤੇ ਸੀ ਵੀ ਝਗੜਾ ਕਰਦੇ ਨੇ ਆ ਕੇ, ਟਕਸਾਲ ਵਾਲੇ ਰੋਕਦੇ ਨੇ, ਅਤੇ ਇਸ ਕਰਕੇ ਦੀਵਾਨ ਤਾਂ ਬੰਦ ਹੀ ਸੀ, ਜਥੇਦਾਰ ਜੀ ਨੂੰ ਪਤਾ ਹੀ ਹੈ। ਪਰ ਫਿਰ ਵੀ ਉਹ 'ਤੇ ਪੱਕੀ ਮੋਹਰ ਲੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਇੱਦਾਂ ਨਾ ਕਰੇ। ਤਾਂ ਜਥੇਦਾਰ ਹੋਣਾ ਨੇ ਜੋ ਕਿ ਆਪਣੀ ਭਾਈਵਾਲ ਜਿਹੜੀ ਟਕਸਾਲ ਦਾ ਜਿਹੜਾ ਉਹਨਾਂ ਨੇ ਪਹਿਲਾਂ ਵੀ ਛਬੀਲ ਲਾ ਕੇ ਬੰਦਾ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਅਤੇ ਉਹਨਾਂ ਨੇ ਉਹਨਾਂ ਦਾ ਪੱਖ ਪੂਰਦਿਆਂ ਹੋਇਆਂ ਇਹ ਫੈਸਲਾ ਸੁਣਾ ਦਿੱਤਾ। ਹਾਂਜੀ ਭਾਈ ਸਾਹਿਬ, ਅਕਸਰ ਦੇਖਿਆ ਜਾਂਦਾ ਹੈ ਜਦੋਂ ਅਜਿਹੇ ਕੋਈ ਵਿਵਾਦ ਛਿੜਦੇ ਆ, ਭਾਵੇਂ ਧਾਰਮਿਕ ਵਿਵਾਦ ਹੋਣ, ਭਾਵੇਂ ਸਮਾਜਿਕ ਵਿਵਾਦ ਹੋਣ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਰਾਜਨੀਤਿਕ ਕਾਰਨ ਹੁੰਦਾ। ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਵਿਵਾਦ ਦੇ ਪਿੱਛੇ ਵੀ ਕੋਈ ਰਾਜਨੀਤਿਕ ਕਾਰਨ ਹੋ ਸਕਦਾ? ਦੇਖੋ ਜੀ, ਕੋਈ ਇਹੋ ਜਿਹਾ ਬੰਦਾ ਸਿੱਖ ਹੈ ਨਹੀਂ ਜਿਹੜਾ ਇਸ ਗੱਲੋਂ ਅਣਜਾਣ ਹੋਵੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਕਿੱਦਾਂ ਹੁੰਦੀ ਹੈ, ਕਿਵੇਂ ਹੁੰਦੀ ਹੈ। ਕੱਲ੍ਹ ਮੀਟਿੰਗ ਚੱਲਦੀ ਦੇ ਵਿੱਚ ਵੀ ਮੈਨੂੰ ਫੋਨ ਆ ਰਿਹਾ ਸੀ ਕਿ ਇੱਕ ਗੱਲ ਹੀ ਕਰ ਲਓ ਮਾੜੀ ਜੀ, ਇਹ ਤਾਂ ਮਿੰਟ ਲੱਗਣਾ, ਜਥੇਦਾਰਾਂ ਨੂੰ ਤਾਂ ਬੜੀ ਛੇਤੀ ਗੱਲਬਾਤ ਹੋ ਜਾਣੀ, ਇਹਨਾਂ ਦਾ ਤਾਂ ਸ਼ਾਮ ਤੱਕ ਆਉਣ ਤੋਂ ਪਹਿਲਾਂ ਫੈਸਲਾ ਬਦਲ ਜਾਣਾ। ਸੋ ਸਾਰਿਆਂ ਨੂੰ ਪਤਾ ਹੀ ਹੈ ਵੀ ਰਾਜਨੀਤੀ ਵੀ ਹੁੰਦੀ ਹੈ, ਕੋਈ ਸ਼ੱਕ ਨਹੀਂ। ਹਾਂਜੀ, ਤੁਸੀਂ ਆਪਣੇ ਬਿਆਨ ਦੇ ਵਿੱਚ ਕੱਲ੍ਹ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਸਿਆਸੀ ਆਗੂਆਂ ਦੇ ਗੁਲਾਮ ਨੇ, ਪੱਖਪਾਤੀ ਰਵੱਈਆ ਅਪਣਾਉਂਦੇ ਨੇ। ਤੁਸੀਂ ਕੀ ਸਮਝਦੇ ਹੋ ਕਿ ਜੋ ਅਕਾਲ ਤਖਤ ਸਾਹਿਬ ਦਾ ਅਸਲ ਜਥੇਦਾਰ ਦੀ ਪਰਿਭਾਸ਼ਾ ਕੀ ਹੋਣੀ ਚਾਹੀਦੀ ਹੈ? ਦੇਖੋ ਜੀ, ਅਥਾਰਟੀ ਹੋਣੀ ਚਾਹੀਦੀ ਹੈ ਵੀਰ ਜੀ। ਕਿਸੇ ਵੀ ਬੰਦੇ ਨੂੰ ਸਕੰਜਾ ਕੱਸ ਕੇ ਰੱਖਣਾ ਚਾਹੀਦਾ, ਕੌਣ ਗਲਤ ਕਰਦਾ, ਕੌਣ ਠੀਕ ਕਰਦਾ। ਪਰ ਜੇ ਤੁਸੀਂ ਇੱਕ ਧਿਰ ਨੂੰ ਹੀ ਮਾੜਾ ਕਹੀ ਜਾਓਗੇ, ਇੱਕ ਧਿਰ ਨੂੰ ਦਬਾਈ ਜਾਓਗੇ, ਇਹ ਦੂਜਿਆਂ ਨੂੰ ਵੀ ਕਹੋ। ਇੱਕ ਵਾਰ ਤਾਂ ਕਹਿ ਦਿਓ ਵੀ ਯਾਰ ਆਹ ਬੰਦਾ ਮਾਰਿਆ, ਕਤਲ ਕੀਤਾ, ਗਲਤ ਕੀਤਾ, ਇਹਦੇ ਪ੍ਰੋਗਰਾਮ ਕਿਉਂ ਰੋਕਣ ਜਾਂਦੇ ਆ, ਮੈਂ ਹੈਗਾ ਆ, ਇੱਦਾਂ ਸਟੇਟਮੈਂਟ ਦੇਣ।
ਰਣਜੀਤ ਸਿੰਘ, ਤੂੰ ਕਿਸੇ ਸੰਪਰਦਾ ਦੇ ਉੱਤੇ, ਕੋਈ ਪਰੰਪਰਾ ਦੇ ਉੱਤੇ ਗੱਲ ਨਹੀਂ ਕਰਨੀ, ਚਾਹੇ ਉਹ ਜੋ ਮਰਜ਼ੀ ਕਰਦੇ ਨੇ, ਪਖੰਡ ਕਰਦੇ ਨੇ ਨਾ, ਮੈਂ ਆਪੇ ਨਜਿੱਠੂ। ਅਤੇ ਉਹਨਾਂ ਨੂੰ ਕਹਿਣ ਦਬਕਾ ਮਾਰਨ, ਜਿੱਦਾਂ ਬਈ ਮੈਂ ਕਹਿ ਰਿਹਾ, ਜਿਹੜਾ ਮੈਂ ਮਤਲਬ ਅਹੁਦਾ ਸਤਿਕਾਰ, ਬਈ ਤੁਹਾਡਾ ਕੋਈ ਹੱਕ ਨਹੀਂ ਕਿ ਰਣਜੀਤ ਸਿੰਘ ਦੇ ਦੀਵਾਨ ਰੋਕਣ ਜਾਓ। ਜੇ ਕੁਛ ਕਹੂਗਾ ਤਾਂ ਮੈਂ ਹੈਗਾ, ਅਤੇ ਮੈਨੂੰ ਕਹਿਣ ਰਣਜੀਤ ਸਿੰਘ, ਜੇ ਕੁਛ ਕਹਿੰਦੇ ਨੇ ਤਾਂ ਮੈਂ ਹੈਗਾ। ਇਹ ਹੈ ਗੱਲ, ਇਹ ਹੈ ਜਿਹੜਾ ਆਗੂ ਹੈ, ਇਹ ਹੈ ਅਥੋਰਿਟੀ ਜਿਹਦੇ ਕੋਲ ਜਿਹੜੀ ਬੈਲੈਂਸ ਕਰਦੀ ਹੈ, ਜਿਹੜੀ ਕਿਸੇ ਦਾ ਪੱਖ ਨਹੀਂ ਪੂਰਦੀ। ਤਾਂ ਮੈਂ ਕਿੱਡੇ ਸਤਿਕਾਰ ਨਾਲ ਹੱਥ ਜੋੜੂੰਗਾ, ਮੈਂ ਝੁਕੂੰਗਾ। ਤੁਹਾਨੂੰ ਵੀਰ ਜੀ ਪਤਾ ਲੱਗ ਜੇ ਕਿ ਅੱਜ ਜੱਜ ਸਾਹਿਬ ਮੇਰੇ ਨਾਲ ਝਗੜਾ ਚੱਲ ਰਿਹਾ ਕਿਸੇ ਦਾ, ਕੋਈ ਮੇਰੇ ਨਾਲ ਧੱਕਾ ਕਰਦਾ ਹੈ, ਮਾਰਨ ਆਉਂਦਾ ਹੈ, ਕੁੱਟ ਕੇ ਕੱਲ੍ਹ ਗਏ ਹੈ, ਅਤੇ ਅੱਜ ਜੱਜ ਸਾਹਿਬ ਉਹਦੇ ਘਰ ਰੋਟੀ ਖਾ ਰਹੇ ਹੈ, ਅੱਜ ਜੱਜ ਸਾਹਿਬ ਦੀ ਬੇਟੀ ਉਹਦੇ ਵਿਆਹ 'ਚ ਆਏ ਹੋਏ ਹੈ, ਅੱਜ ਜੱਜ ਸਾਹਿਬ ਮਤਲਬ ਫਿਰ ਪਤਾ ਲੱਗ ਹੀ ਜਾਂਦਾ ਵੀ ਜੱਜ ਨੇ ਕਿੱਧਰ ਭੁਗਤਣਾ। ਫਿਰ ਬੰਦਾ ਜਾਏਗਾ ਹੀ ਕਿਉਂ, ਜਿਹਦੇ ਉਹਦੇ ਪੈਰਾਂ 'ਚ ਬੈਠੂਗਾ ਕਿਉਂ, ਪਤਾ ਹੀ ਹੈ ਵੀ ਜੱਜ ਨੇ ਜਾਣਾ ਕਿੱਧਰ ਹੈ, ਜੱਜ ਨੇ ਫੈਸਲਾ ਕੀ ਸੁਣਾਉਣਾ। ਹਾਂਜੀ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਚਰਚਾਵਾਂ ਚੱਲਦੀਆਂ ਰਹੀਆਂ ਨੇ ਕਿ ਬਹੁਤ ਸਾਰੇ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਹੁੰਦੇ ਆ, ਫਰਮਾਨ ਹੁੰਦੇ ਆ, ਉਹ ਸਿਆਸੀ ਆਗੂਆਂ ਦੇ ਘਰਾਂ ਦੇ ਵਿੱਚੋਂ ਚਿੱਠੀਆਂ ਬਣ ਕੇ ਆਉਂਦੀਆਂ ਅਤੇ ਜਥੇਦਾਰਾਂ ਵੱਲੋਂ ਉਸ ਨੂੰ ਪੇਸ਼ ਕਰਾ ਦਿੱਤਾ ਜਾਂਦਾ। ਤੁਹਾਡੇ ਵਾਲਾ ਮਸਲਾ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ? ਬਿਲਕੁਲ ਹੋਏਗਾ ਹੀ ਜੀ, ਬਿਲਕੁਲ ਹੋਏਗਾ। ਜਿਹੜੇ ਲੀਡਰਾਂ ਦੇ ਅਰਦਾਸਾਂ ਕੀਤੀਆਂ ਜਾਂਦੀਆਂ ਲੀਡਰਾਂ ਲਈ, ਲੀਡਰਾਂ ਦੀ ਚੜ੍ਹਦੀ ਕਲਾ ਦੀ, ਉਹਨਾਂ ਨੂੰ ਵੋਟਾਂ ਪਾਓ ਜੀ, ਮੇਰੇ ਵੱਲੋਂ ਤਾਂ ਅੱਜ ਤੱਕ ਸਟੇਟਮੈਂਟ ਨਹੀਂ ਆਈ। ਮੈਨੂੰ ਤਾਂ ਕਹਿੰਦੇ ਸਰਕਾਰੀ ਸਿਕਿਉਰਿਟੀ, ਉਹ ਧੱਕਾ ਕਰਨਗੇ, ਮਾਰਨ ਆਉਣਗੇ, ਸਿਕਿਉਰਿਟੀ ਤਾਂ ਲੈਣੀ ਪੈਣੀ ਹੈ, ਮਜਬੂਰੀ ਬਣ ਜਾਣੀ ਹੈ। ਪਰ ਅੱਜ ਤੱਕ ਮੇਰੀ ਕੋਈ ਸਟੇਟਮੈਂਟ ਵੀ ਕਿਸੇ ਇੱਕ ਪਾਰਟੀ ਦੀ ਸਪੋਰਟ ਕਰੋ, ਅੱਜ ਤੱਕ ਮੈਂ ਤਾਂ ਕਦੇ ਕਿਹਾ ਨਹੀਂ। ਸੋ ਇਹ ਤਾਂ ਪਤਾ ਲੱਗਦਾ ਹੀ ਹੈ ਕਿ ਇਸੇ ਤਰ੍ਹਾਂ ਹੀ ਹੋਏਗਾ। ਸਿਆਸਤ ਵੀ ਵਿੱਚ ਹੀ ਹੈ, ਸਾਰਾ ਕੁਝ ਰਲ ਮਿਲ ਕੇ ਹੀ ਚੱਲ ਰਿਹਾ। ਹਾਂਜੀ ਭਾਈ ਸਾਹਿਬ, ਜਿਨ੍ਹਾਂ ਗੱਲਾਂ ਨੂੰ ਲੈ ਕੇ ਵਿਵਾਦ ਦੱਸਿਆ ਜਾਂਦਾ ਹੈ ਕਿ ਜੋ ਗ੍ਰੰਥ ਨੇ, ਭਾਵੇਂ ਦਸਮ ਗ੍ਰੰਥ ਹੋਵੇ, ਭਾਵੇਂ ਸੂਰਜ ਪ੍ਰਕਾਸ਼ ਹੋਵੇ, ਦਸਮ ਗ੍ਰੰਥ ਦੀ ਗੱਲ ਕਰ ਲਈਏ, ਦਸਮ ਗ੍ਰੰਥ ਦੇ ਵਿੱਚ ਤੁਸੀਂ ਕਿੰਨੀ ਕੁ ਬਾਣੀ ਹੈ ਜਿਹੜੀ ਉਹ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਬਾਣੀ ਹੈਗੀ ਹੈ? ਨਹੀਂ, ਮੈਂ ਤਾਂ ਵੀਰ ਜੀ ਇਹ ਗੱਲ ਕਦੇ ਕੀਤੀ ਨਹੀਂ। ਮੈਂ ਮਸਲਾ ਸਿਰਫ ਇਹ ਕਹਿ ਰਿਹਾ ਕਿ ਜਿਹੜੇ ਵੀ ਸਾਡੇ ਗ੍ਰੰਥ ਨੇ, ਜਿਹੜੇ ਵੀ ਨੇ, ਉਹ ਅਵੇਲੇਬਲ ਹੈਗੇ ਆ ਮਾਰਕੀਟ ਵਿੱਚ। ਉਹਨਾਂ ਨੂੰ ਸੁਣੋ, ਉਹਨਾਂ ਨੂੰ ਪੜ੍ਹੋ, ਉਹਨਾਂ ਨੂੰ ਵੇਖੋ। ਇੱਕ ਤਾਂ ਗੱਲ ਕਲੀਅਰ ਹੈ ਕਿ ਗੁਰੂ ਗ੍ਰੰਥ ਸਾਹਿਬ ਚਬਰ ਛਤਰ ਤਖਤ ਇੱਕ ਨੂੰ ਚਾਹੀਦਾ, ਉਹ ਗੁਰੂ ਗ੍ਰੰਥ ਸਾਹਿਬ, ਉਹ ਦੂਜਾ ਕੋਈ ਨਹੀਂ। ਰਿਸਪੈਕਟ ਕਰਨੀ ਹੈ, ਰੱਖਣੀ ਹੈ, ਪਰਸਨਲ ਜੋ ਪੜ੍ਹਨਾ ਤੁਸੀਂ ਪੜ੍ਹ ਲਓ। ਪਰ ਅੱਜ ਮੋਦੀ ਜੀ ਨੇ ਕਹਿ ਦਿੱਤਾ ਕਿ ਰਾਮਾ ਅਵਤਾਰ ਗੁਰੂ ਗੋਬਿੰਦ ਸਿੰਘ ਨੇ ਰਮਾਇਣ ਲਿਖੀ ਹੈ, ਉਹਨੇ ਰਾਮਾ ਅਵਤਾਰ ਵੱਲ ਇਸ਼ਾਰਾ ਕੀਤਾ ਹੈ, ਉਹ ਦਸਮ ਗ੍ਰੰਥ ਵਿੱਚ ਲਿਖੀ ਹੈ। ਕ੍ਰਿਸ਼ਨਾ ਅਵਤਾਰ ਵੀ ਦਸਮ ਗ੍ਰੰਥ 'ਚ ਲਿਖਿਆ ਹੈ। ਇਹਨਾਂ ਗੱਲਾਂ 'ਤੇ ਜਥੇਦਾਰ ਗੌਰ ਕਰਨ, ਇਹ ਡਿਸੀਜਨ ਦੇਣ ਨਾ ਵੀ ਕਿਹੜੀ ਗੁਰੂ ਸਾਹਿਬ ਦੀ ਬਾਣੀ, ਕਿਹੜੀ ਨਹੀਂ, ਤਾਂ ਜੋ ਸਿੱਖਾਂ ਦਾ ਵਹਿਮ ਨਿਕਲੇ। ਸਾਡੇ ਵਰਗਿਆਂ ਨੂੰ ਤਾਂ ਕੋਈ ਅਥਾਰਟੀ ਨਹੀਂ। ਸੂਰਜ ਪ੍ਰਕਾਸ਼ ਦੇ ਵਿੱਚ ਦੁਨੀਆ ਭਰ ਦਾ ਗੁਰੂ ਸਾਹਿਬ 'ਤੇ ਇਲਜ਼ਾਮ ਲਾਏ ਗਏ, ਭੰਗ ਪੀਣ ਵਾਲੇ ਵੀ ਲਿਖਿਆ। ਹੁਣ ਇਕਬਾਲ ਸਿੰਘ ਨੇ ਇੱਦਾਂ ਰੱਖਤਾ ਗ੍ਰੰਥ ਖੋਲ੍ਹ ਕੇ ਵੀ ਇਹਦੇ 'ਚੋਂ ਪੜ੍ਹ ਕੇ ਮੈਂ ਬੋਲਿਆ। ਜਥੇਦਾਰ ਜੀ ਕਹਿੰਦੇ ਸਾਡੀ ਅਸਹਿਮਤੀ ਹੈ ਇਕਬਾਲ ਸਿੰਘ ਦੇ ਬਿਆਨ ਨਾਲ। ਉਹਨੇ ਵੀ ਪੜ੍ਹ ਕੇ ਬੋਲਿਆ ਅਤੇ ਮੈਂ ਵੀ ਪੜ੍ਹ ਕੇ ਬੋਲਿਆ। ਕੰਮ ਤਾਂ ਦੋਨਾਂ ਦਾ ਸੇਮ ਹੋ ਗਿਆ ਨਾ। ਮੈਂ ਪੜ੍ਹ ਕੇ ਬੋਲਿਆ ਵੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਇਹਨਾਂ ਗ੍ਰੰਥਾਂ 'ਚ। ਉਹਨੇ ਪੜ੍ਹ ਕੇ ਬੋਲਿਆ ਵੀ ਮੈਂ ਇਹਦੇ 'ਚੋਂ ਪੜ੍ਹ ਕੇ ਬੋਲਿਆ, ਮੈਂ ਕੁਛ ਗਲਤ ਨਹੀਂ ਬੋਲਿਆ। ਮਾਈ ਭਾਗੋ ਵਾਲਾ ਮੁੱਦਾ ਮੈਂ ਪੜ੍ਹ ਕੇ ਸੁਣਾਤਾ, ਉਹਨਾਂ ਨੇ ਆਪਣਾ ਪੜ੍ਹ ਕੇ ਸੁਣਾਤਾ। ਸਾਨੂੰ ਕਿਹਾ ਗਿਆ ਵੀ ਇਹਨੂੰ ਸੁਣੋ ਨਾ, ਉਹਨੂੰ ਕਿਹਾ ਸਾਡੀ ਇਹਦੇ ਨਾਲ ਅਸਹਿਮਤੀ ਹੈ ਜਥੇਦਾਰਾਂ ਦੀ, ਇੰਨਾ ਕਹਿ ਕੇ ਸਰ ਗਿਆ। ਕਿਉਂ ਸਰ ਗਿਆ? ਕਿਉਂਕਿ ਇਕਬਾਲ ਸਿੰਘ ਦੀ ਵੱਡਿਆਂ ਲੀਡਰਾਂ ਨਾਲ ਬਣਦੀ ਹੈ, ਉਹਦੀ ਤਾਰ ਕਿਤੇ ਹੋਰ ਖੜਕਦੀ ਹੈ। ਜੇ ਢੱਡਰੀਆਂ ਵਾਲੇ ਦੀ ਤਾਰ ਕਿਤੇ ਹੋਰ ਖੜਕਦੀ ਹੁੰਦੀ, ਇਹਨਾਂ ਨੇ ਇੰਨੀ ਸਟੇਟਮੈਂਟ ਦੇ ਕੇ ਸਾਰ ਲੈਣਾ ਸੀ ਵੀ ਢੱਡਰੀਆਂ ਵਾਲੇ ਨਾਲ ਸਾਡੀ ਅਸਹਿਮਤੀ ਹੈ, ਬਸ, ਵੀ ਅਸੀਂ ਇਹਦੀ ਗੱਲਾਂ ਨਾਲ ਸਹਿਮਤ ਨਹੀਂ। ਜੇ ਇਕਬਾਲ ਸਿੰਘ ਨਾਲ, ਜਿਹਨੇ ਇੰਨਾ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ, ਉਹਨੂੰ ਇੰਨਾ ਕਹਿ ਕੇ ਸਰ ਗਿਆ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ, ਅਤੇ ਢੱਡਰੀਆਂ ਵਾਲੇ ਬਾਰੇ ਵੀ ਇੰਨਾ ਕਹਿ ਕੇ ਸਰ ਸਕਦਾ ਸੀ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ। ਭਾਈ ਸਾਹਿਬ, ਤੁਸੀਂ ਸੁਰੱਖਿਆ ਦੀ ਗੱਲ ਕੀਤੀ। ਤੁਹਾਨੂੰ ਸਮੇਂ ਦਰ ਸਮੇਂ ਧਮਕੀਆਂ ਮਿਲਦੀਆਂ ਰਹੀਆਂ, ਤੁਹਾਡੇ ਦੀਵਾਨਾਂ ਦਾ ਬਾਈਕਾਟ ਕਰਨ ਦੀ ਕੋਸ਼ਿਸ਼ ਹੁੰਦੀ ਰਹੀ, ਅਤੇ ਕੱਲ੍ਹ ਤੁਸੀਂ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਹੁਣ ਤਾਂ ਸ਼ਰੇਆਮ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹੀ ਧਮਕੀ ਦੇ ਦਿੱਤੀ ਗਈ ਹੈ ਕਿ ਜੇਕਰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜੇ ਕੋਈ ਦੀਵਾਨ ਲੱਗਣਗੇ ਜਾਂ ਕੋਈ ਲਗਾਏਗਾ, ਪ੍ਰਬੰਧਕ ਲਗਾਏਗਾ, ਤਾਂ ਉਹ ਭੁਗਤੇਗਾ, ਉਹ ਜ਼ਿੰਮੇਵਾਰ ਖੁਦ ਹੋਏਗਾ। ਤੁਸੀਂ ਕਿਸ ਤਰ੍ਹਾਂ ਸਮਝਦੇ ਹੋ? ਉਹਨਾਂ ਨੇ ਕਿਹਾ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਹ ਪਤਾ ਵੀਰ ਜੀ, ਸਾਡੇ ਪੰਜਾਬੀ ਦੇ ਵਿੱਚ ਇਹਨੂੰ ਸਿੱਧਾ ਸਿੱਧਾ ਇਹ ਕਹਿੰਦੇ ਨੇ ਕਿ ਜੇ ਕੁਛ ਵੇਖ ਲਾ ਤੂੰ ਆਪ ਜ਼ਿੰਮੇਵਾਰ ਹੋਏਗਾ ਜੇ ਆਹ ਕੰਮ ਕਰਨਾ ਹੈ। ਕਮੇਟੀਆਂ ਵਾਲਿਆਂ ਨੂੰ ਇਹ ਸਿੱਧੀ ਧਮਕੀ, ਕਮੇਟੀਆਂ ਨੂੰ ਵੀ, ਸੰਗਤ ਨੂੰ ਵੀ, ਸਾਨੂੰ ਵੀ। ਜਥੇਦਾਰਾਂ ਨੂੰ ਇੰਨਾ ਨਹੀਂ ਸੀ ਚਾਹੀਦਾ ਵੀਰ ਜੀ। ਜਥੇਦਾਰ ਜੀ ਨੇ ਇੰਨੀ ਗੱਲ ਕਹਿ ਦਿੱਤੀ ਸੀ ਵੀ ਢੱਡਰੀਆਂ ਵਾਲੇ ਨੂੰ ਸਹਿਯੋਗ ਨਾ ਦਿਓ, ਸੁਣੋ ਨਾ, ਉਹਦੀਆਂ ਵੀਡੀਓ ਸ਼ੇਅਰ ਨਾ ਕਰਿਓ। ਇਹ ਸਰ ਗਿਆ ਇੰਨੇ ਨਾਲ। ਵੈਸੇ ਤਾਂ ਇੱਕ ਹੋਰ ਗੱਲ ਮੈਂ ਤੁਹਾਡੇ ਕਹਿਣਾ ਚਾਹੁੰਦਾ, ਮਾੜਾ ਜਿਹਾ ਦਿਮਾਗ ਲੜਾਓ।
ਵੀ ਮੈਂ ਕਹਿ ਰਿਹਾ ਵੀ ਜਿਹੜੇ ਗ੍ਰੰਥਾਂ 'ਚ ਗਲਤ ਲਿਖਿਆ ਉਹ ਅਵੇਲੇਬਲ ਹੈਗੇ ਹੈ, ਉਹਨਾਂ ਨੂੰ ਪੜ੍ਹੋ, ਮਾਰਕੀਟ 'ਚੋਂ ਲਿਆਓ ਅਤੇ ਗ੍ਰੰਥ ਪੜ੍ਹੋ। ਠੀਕ ਹੈ ਜੀ। ਇਹਨਾਂ ਨੂੰ ਚਾਹੀਦਾ ਹੈ ਕਿ ਢੱਡਰੀਆਂ ਵਾਲਾ ਕਰਦਾ ਕੂੜ ਪ੍ਰਚਾਰ, ਗਲਤ ਬਿਆਨਬਾਜ਼ੀ ਢੱਡਰੀਆਂ ਵਾਲੇ ਦੀ ਹੈਗੀ ਹੈ। ਜਥੇਦਾਰ ਜੀ ਸਟੇਟਮੈਂਟ ਇਹ ਦੇਣ ਵੀ ਢੱਡਰੀਆਂ ਵਾਲੇ ਨੂੰ ਸੁਣੋ, ਸਾਰੀ ਸਿੱਖ ਕੌਮ ਨੂੰ ਕਹਿਣ ਕਿ ਢੱਡਰੀਆਂ ਵਾਲੇ ਨੂੰ ਸੁਣੋ, ਤੁਹਾਨੂੰ ਪਤਾ ਲੱਗੇ ਵੀ ਕਿੰਨੀ ਬਕਵਾਸ ਕਰਦਾ, ਕਿੰਨਾ ਗਲਤ ਬੋਲਦਾ, ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਵੀ ਅਸੀਂ ਕਮਲੇ ਨਹੀਂ, ਐਡੇ ਵੱਡੇ ਅਹੁਦੇ 'ਤੇ ਬੈਠੇ ਹਾਂ। ਸਾਨੂੰ ਕਹੀ ਜਾਂਦੇ ਹੈ ਕਿ ਜਥੇਦਾਰ ਪੱਖਪਾਤੀ ਹੈ, ਮੈਂ ਕੋਈ ਪੱਖਪਾਤੀ ਨਹੀਂ, ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਢੱਡਰੀਆਂ ਵਾਲੇ ਦੇ ਚੈਨਲ 'ਤੇ ਜਾਓ, ਇਹਦੇ 15-20 ਪ੍ਰੋਗਰਾਮ ਸੁਣੋ, ਤੁਹਾਡੇ ਭੁਲੇਖੇ ਦੂਰ ਹੋ ਜਾਣਗੇ। ਗੁਰੂ ਸਾਹਿਬ ਨੂੰ ਗਲਤ ਬੋਲਦਾ, ਆਪੇ ਪਤਾ ਲੱਗ ਜਾਏਗਾ ਜੀ। ਮੈਨੂੰ ਪਤਾ ਹੈ ਕਿ ਮੈਂ ਗੁਰੂ ਸਾਹਿਬ ਨੂੰ, ਗੁਰ ਅਸਥਾਨਾਂ ਨੂੰ ਕਦੇ ਗਲਤ ਨਹੀਂ ਬੋਲਿਆ। ਹਾਂ, ਸਾਡੀ ਇੰਟਰਪ੍ਰੀਟੇਸ਼ਨ ਵੱਖਰੀ ਹੋ ਸਕਦੀ ਹੈ, ਸਾਡੀ ਵਿਆਖਿਆ ਵੱਖਰੀ ਹੋ ਸਕਦੀ ਹੈ, ਪਰ ਪਿਆਰ ਤਾਂ ਅਸੀਂ ਵੀ ਗੁਰੂ ਸਾਹਿਬ ਨੂੰ ਹੀ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ। ਅਕਾਲ ਤਖਤ ਸਾਹਿਬ ਦੇ ਉੱਤੇ ਲੰਮੇ ਸਮੇਂ ਤੋਂ ਕਾਰਜਕਾਰੀ ਜਥੇਦਾਰ ਨਿਯੁਕਤ ਹੋ ਰਹੇ ਨੇ। ਪੱਕੇ ਤੌਰ ਦੇ ਉੱਤੇ ਜਥੇਦਾਰ ਜਿਹੜੇ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਨਹੀਂ ਹੋ ਰਹੀ, ਥੋੜ੍ਹੇ ਸਮੇਂ ਦੇ ਬਾਅਦ ਜਥੇਦਾਰ ਜੀ ਨੂੰ ਬਦਲ ਦਿੱਤਾ ਜਾਂਦਾ ਹੈ। ਜਿਹੜੀ ਪੱਕੀ ਨਿਯੁਕਤੀ ਆ ਉਸ ਦੇ ਲਈ ਸਰਬੱਤ ਖਾਲਸਾ ਸੱਦਣਾ ਪੈਂਦਾ, ਜੋ ਨਿਯਮ ਦੇ ਅਨੁਸਾਰ ਜੋ ਬਣਿਆ। ਤੁਸੀਂ ਕੀ ਸਮਝਦੇ ਹੋ ਕਿ ਪੱਕੀ ਨਿਯੁਕਤੀ ਜਿਹੜੀ ਜਥੇਦਾਰ ਸਾਹਿਬ ਦੀ ਉਹ ਕਿਉਂ ਨਹੀਂ ਕੀਤੀ ਜਾ ਰਹੀ? ਪੱਕੀ ਵੇਖਦੇ ਆ ਜੀ, ਜੇ ਬੰਦਾ ਕੱਚਾ ਹੈ, ਕੋਈ ਮਾੜਾ ਮੋਟਾ 5-3 ਕਰਦਾ, ਜਿੱਦਾਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਵੀ ਹਿਸਾਬ ਜਿਹਾ ਲਾਉਂਦੇ ਹੁੰਦੇ ਹੈ। ਜੇ ਤਾਂ ਚੰਗਾ ਗੁਲਾਮ ਹੋ ਕੇ ਰਹੂਗਾ, ਸੋਹਣੇ ਤਰੀਕੇ ਨਾਲ ਕੰਮ ਕਰੂਗਾ, ਸਾਡੇ ਹਿਸਾਬ ਨਾਲ 5-4 ਵਧੀਆ ਕੰਮ ਕਰੂਗਾ। ਜਥੇਦਾਰ ਜੀ ਇਹ ਪੱਕੇ ਹੋ ਗਏ ਆਪਣੇ ਵਾਲੇ, ਹੋਣ ਵਾਲੇ ਨਹੀਂ, ਹਲੇ ਵੀ ਕਾਰਜਕਾਰੀ ਨੇ, ਬਸ ਹੁਣ ਪੱਕੇ ਹੋ ਜਾਣਗੇ। ਜਿਹੜਾ ਹੁਣ ਕੰਮ ਕੀਤਾ ਇਹਨਾਂ ਨੇ, ਜਿਹੜਾ ਤੁਸੀਂ ਕਿਹਾ ਹੈ, ਹੁਣ ਲਓ 10-15 ਦਿਨਾਂ 'ਚ, ਮਹੀਨੇ 'ਚ ਖਬਰ ਆਈ ਵੀ ਜਥੇਦਾਰ ਜੀ ਦੀ ਪੱਕੀ ਨਿਯੁਕਤੀ ਹੋ ਗਈ, ਕਿਉਂਕਿ ਬਾਬਾ ਧੁੰਮਾ ਜੀ ਖੁਸ਼ ਹੋ ਗਏ ਹੋਣਗੇ ਵੀ ਢੱਡਰੀਆਂ ਵਾਲੇ ਨੂੰ ਐਂ ਕਰਤਾ। ਉਦੋਂ ਬਾਅਦ ਜੇ ਹਜੇ ਪੱਕੇ ਨਾ ਹੋਏ ਤਾਂ ਸ਼ਾਇਦ ਤਨਖਾਹੀਆ ਜਿੱਦਣ ਕਰਾਰ ਦੇ ਦੇਣਗੇ ਜਾਂ ਛੇਕ ਦੇਣਗੇ, ਉਦੋਂ ਜਥੇਦਾਰ ਜੀ ਦੀ ਜਥੇਦਾਰੀ ਪੱਕੀ, 5-7 ਸਾਲ ਵਧੀਆ ਟੌਰ ਨਾਲ ਰਹਿਣਗੇ, ਬੇਫਿਕਰ ਰਹਿਣ। ਤੁਸੀਂ ਗੱਲ ਕੀਤੀ, ਆਪਾਂ ਜਥੇਦਾਰ ਦੀ ਗੱਲ ਕਰ ਲਈ। ਬਾਣੀਆਂ ਦੀ ਆਪਾਂ ਜੇਕਰ ਗੱਲ ਕਰੀਏ, ਦੁਬਾਰਾ ਦਸਮ ਗ੍ਰੰਥ ਦੀ ਗੱਲ ਵੀ ਹੋਈ ਹੈ, ਸੂਰਜ ਪ੍ਰਕਾਸ਼ ਦੀ ਗੱਲ ਵੀ ਹੋਈ ਹੈ। ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਉਹਨਾਂ ਦੇ ਵਿੱਚੋਂ ਜਾਪ ਸਾਹਿਬ, ਸਵਈਏ ਅਤੇ ਚੌਪਈ ਸਾਹਿਬ, 3 ਅਜਿਹੀਆਂ ਬਾਣੀਆਂ। ਤੁਸੀਂ ਕੀ ਸਮਝਦੇ ਹੋ ਕਿ ਇਹ ਤਿੰਨੇ ਬਾਣੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹੈਗੀਆਂ ਨੇ ਜਾਂ ਨਹੀਂ ਨੇ, ਜਾਂ ਜਿਹੜੀਆਂ ਤੁਸੀਂ ਸਮਝਦੇ ਹੋ ਕਿਹੜੀਆਂ ਹੈਗੀਆਂ ਨੇ, ਕਿਹੜੀਆਂ ਨਹੀਂ? ਵੀਰ ਜੀ, ਮੈਂ ਇਸ ਵਿਸ਼ੇ ਉੱਤੇ ਤਾਂ ਗੱਲ ਅੱਜ ਤੱਕ ਕੀਤੀ ਹੋਈ ਨਹੀਂ। ਮੈਂ ਤਾਂ ਤੁਹਾਨੂੰ ਸਪਸ਼ਟ ਇੰਨੀ ਸਟੇਟਮੈਂਟ ਦੇ ਰਿਹਾ ਵੀ ਇਹ ਸਾਰੇ ਜਿਹੜੇ ਭੁਲੇਖੇ ਨੇ ਸਿੱਖਾਂ ਦੇ, ਇਹ ਤਾਂ ਜਥੇਦਾਰਾਂ ਨੇ ਦੂਰ ਕਰਨੇ ਨੇ। ਇਹਨਾਂ ਅਥਾਰਟੀ ਇਹ ਨੇ, ਇਹਨਾਂ ਦੀ ਰਹਿਤ ਮਰਿਆਦਾ 'ਚ ਜੋ ਲਿਖੀਆਂ ਨੇ ਸਾਰੀ ਸਿੱਖ ਕੌਮ ਪੜ੍ਹਦੀ ਹੈ, ਅਸੀਂ ਵੀ ਪੜ੍ਹਦੇ ਹਾਂ, ਸਾਡੇ ਰਹਿਤ ਮਰਿਆਦਾ ਲਾਗੂ ਹੈ। ਹੁਣ ਇਹ ਹੈਗੀਆਂ ਨੇ ਜਾਂ ਨਹੀਂ ਹੈਗੀਆਂ, ਇਹਦਾ ਬਿਆਨ ਇਹ ਤਾਂ ਖੁੱਲ੍ਹ ਕੇ ਵਿਦਵਾਨਾਂ ਨਾਲ ਬਹਿ ਕੇ ਇਹ ਜਥੇਦਾਰ ਅਕਾਲ ਤਖਤ ਵਾਲੇ ਗੱਲਬਾਤ ਕਰਨ ਨਾ ਜੀ, ਉਹਨਾਂ ਦਾ ਹੱਕ ਹੈ। ਇਹ ਦੁਬਿਧਾ ਜਿਹੜੀ ਹੈ ਢੱਡਰੀਆਂ ਵਾਲੇ ਨੇ ਦੂਰ ਨਹੀਂ ਨਾ ਕਰਨੀ, ਇਹ ਉਹਨਾਂ ਨੇ ਦੂਰ ਕਰਨੀ ਹੈ। ਹਾਂਜੀ ਭਾਈ ਸਾਹਿਬ, ਤੁਸੀਂ ਕਿਹਾ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੋਂ ਜਥੇਦਾਰਾਂ ਦੇ ਵੱਲੋਂ ਫਰਮਾਨ ਤੁਹਾਡੇ ਦੀਵਾਨ ਬੰਦ ਕਰਨ ਦਾ ਅੱਜ ਆਇਆ, ਪਰ ਤੁਸੀਂ ਜਿਹੜੇ ਦੀਵਾਨ ਹੈ ਉਹ ਲੋਕਡਾਊਨ ਤੋਂ ਪਹਿਲਾਂ ਹੀ ਫਰਵਰੀ ਦੇ ਵਿੱਚ ਬੰਦ ਕਰ ਦਿੱਤੇ ਸੀ। ਕੀ ਇਸ ਦੇ ਪਿੱਛੇ ਵੀ ਇਹੀ ਕਾਰਨ ਸੀ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਦੀਵਾਨ ਨਾ ਲਗਾਏ ਜਾਣ, ਜਾਂ ਕੋਈ ਹੋਰ ਕਾਰਨ ਸੀ? ਸੰਗਤ ਨਹੀਂ ਤੁਹਾਨੂੰ ਕਹਿ ਰਹੀ ਕਿ ਦੀਵਾਨ ਲਗਾਓ? ਨਹੀਂ, ਸੰਗਤ ਤਾਂ ਸਾਰੀ ਅੱਜ ਜਥੇਦਾਰ ਜੀ ਕਹਿ ਕੇ ਦੇਖ ਲੈਣ ਵੀ ਦੀਵਾਨ ਆਪਣਾ ਅੰਮ੍ਰਿਤਸਰ 'ਚ ਕਰਾਉਣੇ ਹੈ ਅਤੇ ਕਰਾ ਲਓ, ਵੇਖ ਲੈਣ, ਪਤਾ ਲੱਗ ਜਾਏਗਾ। ਸੰਗਤ ਤਾਂ ਚਾਹੁੰਦੀ ਹੈ ਸੁਣਨਾ, ਪਰ ਉਹ ਰੌਲਾ ਪਾਉਂਦੇ ਸੀ। ਜਥੇਦਾਰ ਜੀ ਨੇ ਉਸ ਵੇਲੇ ਕੋਈ ਐਕਸ਼ਨ ਨਹੀਂ ਲਿਆ। ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਜਥੇਦਾਰ ਜੀ ਠੋਕ ਕੇ ਕਹਿੰਦੇ ਤੁਹਾਡਾ ਕੋਈ ਹੱਕ ਨਹੀਂ, ਮੈਂ ਹੈਗਾ। ਅਤੇ ਜਦੋਂ ਉਹ ਮੇਰੇ ਵਿਰੁੱਧ ਬੋਲਦੇ, ਉਹਨਾਂ ਨੂੰ ਕਿ ਤੁਹਾਡਾ ਕੋਈ ਹੱਕ ਨਹੀਂ, ਮੈਂ ਗੱਲ ਕਰੂੰਗਾ, ਆਪੇ ਗੱਲ ਬਣ ਜਾਂਦੀ। ਉਹਨਾਂ ਨੇ ਰੋਕਿਆ ਨਹੀਂ, ਚੁੱਪ ਰਹੇ ਹੈ। ਜਿਹੜਾ ਬੰਦਾ ਚੁੱਪ ਰਹਿੰਦਾ, ਹੁਣ ਕਿੰਨੇ ਜਾਗਰੂਕ ਮਿਸ਼ਨਰੀ ਵਿਚਾਰਧਾਰਾ ਵਾਲੇ ਬੰਦੇ ਹੈ, ਸਾਰੇ ਚੁੱਪ ਬੈਠੇ ਹੈ। ਚੁੱਪ ਦਾ ਮਤਲਬ ਹੁੰਦਾ ਸਹਿਮਤੀ, ਕਿਉਂਕਿ ਅੰਦਰੋਂ ਅੰਦਰੀ ਸਾਰੇ ਹੀ ਦੁਖੀ ਹੈ ਕਿ ਢੱਡਰੀਆਂ ਵਾਲਾ ਚੁੱਪ ਕਰ ਜੇ, ਕਿਉਂਕਿ ਜਿਹੜੀਆਂ ਗੱਲਾਂ ਇਹ ਕਰਦਾ ਹੈ ਉਹ ਕਰਦਾ ਖੁਦ ਮੁਖਤਿਆਰੀ ਦੀਆਂ, ਕਾਇਮ ਹੋਣ ਦੀਆਂ, ਰੱਬ ਤੁਹਾਡੇ ਵਿੱਚ ਕਹਿੰਦਾ, ਸਾਰੀਆਂ ਗੱਲਾਂ ਹੀ ਇਹਨਾਂ ਤੋਂ ਉਲਟ ਪੁਲਟ ਜਾਂਦੀਆਂ ਨੇ। ਤਾਂ ਕਰਕੇ ਇਹਨਾਂ ਨੇ ਤਾਂ ਵਿਰੋਧ ਕਰਨਾ ਹੀ ਹੈ। ਇੱਕ ਗੱਲ ਹੋਰ ਮੈਂ ਕਹਿ ਦਿਆਂ ਤੁਹਾਡੇ ਸਵਾਲ ਤੋਂ ਬਿਨਾਂ ਹੀ, ਹੁਣ ਇਹ ਕਹਿੰਦੇ ਹੈ ਕਿ ਢੱਡਰੀਆਂ ਵਾਲੇ ਨੇ ਕੁਛ ਗਲਤ ਬਿਆਨਬਾਜ਼ੀਆਂ ਕੀਤੀਆਂ ਗੁਰਮਤ ਤੋਂ ਉਲਟ। ਮੈਂ ਜਥੇਦਾਰ ਜੀ ਨੂੰ ਪੁੱਛਣਾ ਚਾਹੁੰਦਾ ਵੀ ਜਥੇਦਾਰ ਜੀ, ਬੱਕਰਾ ਵੱਢਣਾ ਗੁਰਮਤ ਵਿੱਚ ਆਉਂਦਾ ਹੈ? ਗੁਰੂ ਗ੍ਰੰਥ ਸਾਹਿਬ ਦੀ ਉੱਥੇ ਹਜ਼ੂਰ ਸਾਹਿਬ ਵੱਢਿਆ ਜਾਂਦਾ ਹੈ। ਤਿਲਕ ਲਾਉਣਾ ਗੁਰਮਤ 'ਚ ਆਉਂਦਾ ਹੈ? ਜਿਹੜੇ ਆਰਤੀਆਂ ਇੱਦਾਂ ਫੜ ਕੇ ਕਰਨੀਆਂ ਗੁਰਮਤ 'ਚ ਆਉਂਦੀਆਂ ਨੇ? ਅਕਾਲ ਤਖਤ ਤੋਂ ਉਲਟ 10 ਰਹਿਤ ਮਰਿਆਦਾ ਆਪੋ ਆਪਣੀਆਂ ਬਾਬਿਆਂ ਨੇ ਬਣਾਈਆਂ ਨੇ, ਉਹ 'ਚ ਆਉਂਦੀਆਂ ਨੇ। ਤੁਸੀਂ ਸਾਰਿਆਂ ਨੂੰ ਪਰਮਿਸ਼ਨ ਦਿੱਤੀ ਹੋਈ,
ਹੈਗਾ ਤਾਂ ਸਭ ਕੁਝ ਗੁਰਮਤ ਉਲਟ ਹੈ। ਢੱਡਰੀਆਂ ਵਾਲਾ ਇਕੱਲਾ ਹੀ ਹੈ ਜਿਹੜਾ ਮੰਨ ਲਓ ਕਿਉਂਕਿ ਰਲ ਮਿਲ ਕੇ ਖਾ ਲਓ ਯਾਰ, ਉਹ ਵੀ ਪੁਜਾਰੀ, ਤੂੰ ਵੀ ਪੁਜਾਰੀ, ਦੂਜਾ ਵੀ ਪੁਜਾਰੀ, ਅਗਲਾ ਕਹਿੰਦਾ ਸਾਰੇ ਰਲ ਮਿਲ ਕੇ ਮੌਜਾਂ ਕਰੋ। ਮੈਂ ਢੱਡਰੀਆਂ ਵਾਲਾ 12-13 ਸਾਲ ਇੱਥੇ ਰਿਹਾ, ਇੱਥੇ ਮੈਂ ਭਾਵੇਂ ਲੜੀਆਂ ਚਲਾਵਾਂ ਚਾਹੇ ਮੱਥੇ ਪੈਰਾਂ 'ਤੇ ਟਿਕਾਵਾਂ। ਮੈਨੂੰ ਦੱਸ ਦਿਓ ਪਿਛਲੇ 50 ਸਾਲਾਂ 'ਚ ਇੱਕ ਵੀ ਸਾਧ ਛੇਕਿਆ ਇਹਨਾਂ ਨੇ? ਕੀ ਬਾਬਿਆਂ ਦੀਆਂ ਪੈਰ ਧੁਆਉਂਦਿਆਂ ਦੀਆਂ ਵੀਡੀਓ ਨਹੀਂ ਹੈਗੀਆਂ? ਕੀ ਸਾਧ ਬਾਬਿਆਂ ਦੀਆਂ ਮੱਥੇ ਟਿਕਾਉਂਦਿਆਂ ਦੀ ਵੀਡੀਓ ਨਹੀਂ ਹੈਗੀਆਂ? ਕੀ ਬਾਬਿਆਂ ਦੀਆਂ ਬੈੱਡਾਂ ਨੂੰ ਮੱਥੇ ਟਿਕਾਉਂਦਿਆਂ ਦੀਆਂ, ਜੁੱਤੀਆਂ ਨੂੰ ਮੱਥੇ ਟਿਕਾਉਂਦਿਆਂ ਦੀਆਂ ਵੀਡੀਓ ਨਹੀਂ ਹੈਗੀਆਂ? ਰੱਬ ਬਣਾ ਕੇ ਪੇਸ਼ ਸਾਧਾਂ ਨੂੰ ਕੀਤਾ ਜਾਂਦਾ ਹੈ। ਪਿਛਲੇ 50 ਸਾਲਾਂ 'ਚ ਇੱਕ ਬਾਬਾ ਪੰਥ 'ਚੋਂ ਨਹੀਂ ਛੇਕਿਆ ਗਿਆ। ਛੇਕੇ ਕੌਣ ਗਏ? ਕੌਣ ਕੱਢੇ ਗਏ? ਜਿਨ੍ਹਾਂ ਨੇ ਪੁਜਾਰੀ 'ਤੇ ਉਂਗਲ ਚੁੱਕੀ। ਤੁਸੀਂ ਮਾੜਾ ਜਿਹਾ ਘਰਾਂ 'ਚ ਬੈਠੇ ਹੋ, ਚਾਹੇ ਕੋਈ ਅਖਬਾਰ ਵਾਲਾ, ਚਾਹੇ ਕੋਈ ਰਾਗੀ, ਚਾਹੇ ਕੋਈ ਬੁਲਾਰਾ ਕੱਢਿਆ ਹੈ, ਤੁਸੀਂ ਉਹਨਾਂ ਦੀ ਵੀਡੀਓ ਸੁਣੋ। ਉਹ ਬੰਦੇ ਨੇ ਇਹਨਾਂ ਦੇ ਢਾਂਚੇ 'ਤੇ ਪੁਜਾਰੀ ਸਿਸਟਮ 'ਤੇ ਸਵਾਲ ਕੀਤਾ ਤਾਂ ਕੱਢਿਆ। ਪਿਆਰ ਇਹਨਾਂ ਦਾ ਗੁਰੂ ਨਾਲ ਨਹੀਂ। ਜੇ ਗੁਰੂ ਨਾਲ ਪਿਆਰ ਹੋਵੇ ਫਿਰ ਇਕਬਾਲ ਸਿੰਘ ਨੂੰ ਕੱਢ ਦੇ। ਗੁਰੂ ਸਾਹਿਬ ਨੂੰ ਕਿੱਧਰ ਨੂੰ ਜੋੜਤਾ ਇਹਨੇ? ਜੇ ਗੁਰੂ ਨਾਲ ਪਿਆਰ ਹੋਵੇ, ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਨੇ ਉਹਨਾਂ ਨੂੰ ਕੱਢ ਦੇ। ਇਹ ਕੱਢਦੇ ਕਿਹਨਾਂ ਨੂੰ ਨੇ? ਜਿਹੜਾ ਸਾਡੇ ਸਿਸਟਮ 'ਤੇ ਸਵਾਲ ਕਰੇ। ਢੱਡਰੀਆਂ ਵਾਲਾ ਅੱਜ ਇਹਨਾਂ ਦੇ ਪੈਰਾਂ 'ਚ ਬਹਿ ਜੇ ਜਾ ਕੇ। ਹੁਣ ਮੈਨੂੰ ਕਹਿੰਦੇ ਨੇ ਵੀ ਤੁਸੀਂ ਬੈਠ ਜਾਓ, ਤੁਸੀਂ ਜਿੱਦ ਕਰਦੇ ਆ। ਨਹੀਂ ਵੀਰੋ, ਮੈਂ ਜਿੱਦ ਨਹੀਂ ਕਰਦਾ। ਜੇ ਅੱਜ ਮੈਂ ਜਾਵਾਂਗਾ ਮੈਨੂੰ ਤਾਂ ਪਕੌੜਿਆਂ ਨਾਲ ਚਾਹ ਪਿਆ ਕੇ ਕਹਿਣਗੇ ਢੱਡਰੀਆਂ ਵਾਲਾ ਤਾਂ ਬੰਦਾ ਬਹੁਤ ਵਧੀਆ, ਮੇਰੇ ਤਾਂ ਕੱਲ੍ਹ ਤੋਂ ਦੀਵਾਨ ਸਟਾਰਟ ਹੋ ਜਾਣਗੇ। ਮੇਰੀ ਤਾਂ ਇੰਨਾ ਜਾ ਕੇ ਕਹਿਣਾ, ਜਥੇਦਾਰ ਜੀ ਦੱਸੋ ਗੱਲ ਕੋਈ ਹੈ ਹੀ ਨਹੀਂ। ਮੈਨੂੰ ਪਤਾ ਮੈਂ ਗੁਰੂ ਸਾਹਿਬ ਵਿਰੁੱਧ ਕੁਛ ਨਹੀਂ ਬੋਲਿਆ। ਸਾਡੇ ਤਾਂ ਦੀਵਾਨ ਅੱਜ ਸਵੇਰੇ ਖੁੱਲ੍ਹ ਜਾਣਗੇ, ਕੋਈ ਦਿੱਕਤ ਨਹੀਂ ਮੈਨੂੰ। ਪਰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕੋਈ ਤੁਹਾਡੇ ਵਰਗਾ ਨੌਜਵਾਨ, ਕੋਈ ਵੀ ਮੁੰਡਾ ਜਿਹਦੇ ਅੰਦਰ ਧਰਮ ਪ੍ਰਤੀ ਸਵਾਲ ਖੜਾ ਹੁੰਦਾ ਹੈ, ਉਹਨੇ ਕਰਨਾ ਨਹੀਂ। ਉਹਨੇ ਕਹਿਣਾ ਹੈ ਛੱਡ ਦਿਓ ਯਾਰ, ਰਹਿਣ ਦਿਓ। ਕਿਉਂਕਿ ਜੇ ਢੱਡਰੀਆਂ ਵਾਲੇ ਵਰਗਾ ਬੰਦਾ ਇਹਨਾਂ ਨੇ ਪੈਰਾਂ 'ਚ ਬਿਠਾ ਕੇ ਚੁੱਪ ਕਰਾ ਦਿੱਤਾ ਸੀ, ਫਿਰ ਸਾਡੇ ਵਰਗਿਆਂ ਦੀ ਕੀ ਔਕਾਤ ਹੈ? ਆਮ ਬੰਦੇ ਸਭ ਨੇ ਡਰਨਾ ਹੈ। ਮੈਂ ਇਹ ਲੜਾਈ ਉਹਨਾਂ ਸਭ ਦੀ ਲੜਦਾ ਜਿਨ੍ਹਾਂ ਦੇ ਦਿਮਾਗ 'ਚ ਸਵਾਲ ਉੱਠਦੇ ਹੈ, ਜਿਹੜੇ ਸੋਚਣਾ ਚਾਹੁੰਦੇ ਹੈ, ਜਿਹੜੇ ਕਹਿੰਦੇ ਹੈ ਵੀ ਯਾਰ ਗਲਤ ਹੈਗਾ, ਪਰ ਡਰਦੇ ਮਾਰੇ ਅੰਦਰ ਹੀ ਘੁੱਟਣ ਵਿੱਚ ਜੀ ਰਹੇ ਹੈ, ਘੁੱਟ ਕੇ ਕਹਿ ਨਹੀਂ ਰਹੇ। ਮੈਂ ਕਹਿੰਦਾ ਮੈਂ ਕਹੂੰਗਾ ਕੱਢ ਦੇਣਗੇ। ਅੱਜ ਦੇਖੋ ਦੀਵਾਨ ਬੰਦ ਕਰਤੇ, ਅਗਲਾ ਸਟੈਪ ਹੋਏਗਾ ਤਨਖਾਹੀਆ ਆਇਆ ਨਹੀਂ ਜੀ, ਤਨਖਾਹੀਆ। ਅਗਲਾ ਸਟੈਪ ਹੋਏਗਾ ਰੋਟੀ ਬੇਟੀ ਦੀ ਸਾਂਝ ਨਾ ਰੱਖੋ। ਨਾ ਰੱਖੇ ਕੋਈ, ਪਰ ਘੱਟ ਤੋਂ ਘੱਟ ਇਹ ਤਾਂ ਹੋਏਗਾ ਵੀ ਇੱਕ ਬੰਦਾ ਜਿਹਨੂੰ ਲੱਖਾਂ ਲੋਕ ਸੁਣਦੇ ਸੀ ਇਹਨਾਂ ਦੇ ਅੱਗੇ ਖੜ ਗਿਆ ਸੀ, ਉਹਨੇ ਸਟੇਜਾਂ ਛੱਡਤੀਆਂ। ਹੋ ਸਕਦਾ ਗੁਰਦੁਆਰਾ ਵੀ ਛੱਡਣਾ ਪੈ ਜੇ, ਛੱਡਤਾ ਸੀ, ਪਰ ਉਹ ਬੰਦਾ ਅੜਿਆ ਰਿਹਾ ਸੀ। ਮੇਰੇ ਸਟੈਂਡ ਲੈਣ ਨਾਲ ਮੇਰਾ ਮਨ ਕਹਿੰਦਾ ਹੈ ਕਿ ਹੋਰ ਵੀ 20-50 ਬੰਦੇ ਜਿਹੜੇ ਇਹਨਾਂ ਸਾਹਮਣੇ ਖੜ ਸਕਣਗੇ। ਬਸ ਇਸ ਕਰਕੇ ਖੜਾਂ। ਭਾਈ ਸਾਹਿਬ, ਤੁਸੀਂ ਆਪਣੀ ਗੱਲ ਦੇ ਵਿੱਚ ਗੱਲ ਕੀਤੀ ਕਿ ਕੱਲ੍ਹ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੀ। ਤੁਸੀਂ ਕਿਹਾ ਤੁਹਾਨੂੰ ਫੋਨ ਆ ਰਹੇ ਸੀ ਕਿ 2 ਮਿੰਟ ਗੱਲ ਕਰ ਲਓ। ਤੁਹਾਨੂੰ ਇਕੱਤਰਤਾ ਦੇ ਵਿੱਚ ਗੱਲ ਕਰਨ ਲਈ ਫੋਨ ਆ ਰਹੇ ਸੀ ਜਾਂ ਕਿਸੇ ਸਿਆਸੀ ਆਗੂ ਦੇ ਨਾਲ ਫੋਨ 'ਤੇ ਗੱਲ? ਨਹੀਂ ਵੀਰ ਜੀ, ਪਿਛਲੇ 6 ਮਹੀਨਿਆਂ ਤੋਂ ਹੀ ਨਹੀਂ, ਪਿਛਲੇ 5 ਸਾਲਾਂ ਤੋਂ ਜਦੋਂ ਤੋਂ ਟਕਸਾਲ ਨਾਲ ਚੱਲ ਰਿਹਾ, ਲੀਡਰਾਂ ਦਾ ਪ੍ਰੈਸ਼ਰ ਪਿਆ ਹੈ ਕਿ ਤੁਸੀਂ ਸਮਝੌਤਾ ਕਰ ਲਓ। ਨਹੀਂ ਕੀਤਾ। ਹੁਣ ਵੀ ਜਦੋਂ ਤੋਂ ਅਕਾਲ ਤਖਤ ਵਾਲਾ ਮਸਲਾ ਹੈ, ਅਕਾਲ ਤਖਤ ਦੀ ਜਿਨ੍ਹਾਂ ਦੇ ਹੱਥ 'ਚ ਡੋਰ ਹੈ, ਉਹ ਬੰਦਿਆਂ ਦੇ ਅੱਗੇ ਚੇਲੇ ਚਮਚੇ ਯਾਰ ਸਾਰੇ ਇਲਾਕਿਆਂ 'ਚ ਹੈਗੇ ਹੈ। ਉਹ ਆਉਂਦੇ ਹੈ, ਮਿਲਦੇ ਹੈ, ਭਾਈ ਸਾਹਿਬ ਮਾੜਾ ਜਿਹਾ ਫੋਨ 'ਤੇ ਗੱਲ ਕਰ ਲਓ, ਆਪਾਂ ਚੱਲ ਕੇ ਆਉਂਦੇ ਹਾਂ, ਰਾਤ ਨੂੰ ਜਾ ਆਵਾਂਗੇ, ਇੱਥੇ ਲੈ ਆਉਂਦੇ ਹਾਂ, ਆਪਾਂ ਬਹਿ ਕੇ ਗੱਲ ਕਰ ਲੈਂਦੇ ਹਾਂ। ਗੱਲ ਮਤਲਬ ਕੀ ਹੈ ਕਿ ਉਹਨਾਂ ਨੂੰ ਜਥੇਦਾਰਾਂ ਨੂੰ ਤਾਂ ਮਿੰਟ ਲਾਉਣਾ ਕਹਿਣ ਦੇ ਉੱਤੇ, ਫੋਨ ਇੱਕ ਜਾਣਾ ਹੈ ਜਥੇਦਾਰਾਂ ਨੂੰ, ਜਿੱਧਰ ਨੂੰ ਕਠਪੁਤਲੀਆਂ ਦਾ ਖਿੱਚਦੇ ਨੇ ਡੋਰ ਉੱਧਰ ਨੂੰ ਹੋ ਜਾਣਾ। ਹਾਂਜੀ, ਸਿਆਸੀ ਆਗੂਆਂ ਦੀ ਗੱਲ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋਏ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ। ਸੁਖਦੇਵ ਸਿੰਘ ਢੀਂਡਸਾ ਨੇ ਤੁਹਾਡੀ ਪਿੱਠ 'ਤੇ ਖੜਨ ਦੀ ਜੇ ਆਪਾਂ ਗੱਲ ਕਰ ਲਈਏ, ਉਹਨਾਂ ਨੇ ਕਿਹਾ ਬਈ ਵਧੀਆ ਪੰਥ ਪ੍ਰਚਾਰਕ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ। ਉਹਨਾਂ ਨੇ ਤੁਹਾਡੀ ਇਸ ਗੱਲੋਂ ਤਾਰੀਫ ਕੀਤੀ ਹੈ, ਭਾਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੁਹਾਡੀਆਂ ਪ੍ਰਮੋਸ਼ਨਸ, ਤੁਹਾਡੀਆਂ ਸ਼ੇਅਰਸ ਕੋਈ ਵੀ ਕਰਨ ਤੋਂ ਰੋਕ ਰਿਹਾ, ਪਰ ਸੁਖਦੇਵ ਸਿੰਘ ਢੀਂਡਸਾ ਨੇ ਤੁਹਾਨੂੰ ਵਧੀਆ ਪੰਥ ਪ੍ਰਚਾਰਕ ਦੱਸਿਆ। ਕੀ ਕਹੋਗੇ? ਨਹੀਂ, ਜਿਹਦਾ ਜੀ ਕਰਦਾ ਜੀ, ਜਿਹਨੂੰ ਚੰਗਾ ਲੱਗਦਾ ਮੈਂ ਉਹ ਚੰਗਾ ਕਹਿ ਲੇ, ਜਿਹਨੂੰ ਇਹ ਲੱਗਦਾ ਹੈ ਕਿ ਮੈਂ ਪੰਥ ਗਦਾਰ ਹਾਂ ਉਹ ਪੰਥ ਗਦਾਰ ਕਹਿ ਲੇ। ਹਰ ਬੰਦੇ ਨੂੰ ਫਰੀਡਮ ਹੈ, ਹਰ ਬੰਦੇ ਨੂੰ ਹੱਕ ਹੈ, ਜਿਵੇਂ ਕਿਸੇ ਨੂੰ ਚੰਗਾ ਲੱਗਦਾ ਹੈ। ਹਾਂਜੀ ਭਾਈ ਸਾਹਿਬ ਜੀ, ਆਖਰੀ ਸਵਾਲ, ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਦੀਵਾਨ ਛੱਡ ਦਿੱਤੇ ਨੇ, ਹੋ ਸਕਦਾ ਪਰਮੇਸ਼ਰ ਦੁਆਰ ਵੀ ਛੱਡਣਾ ਪੈ ਜਾਵੇ, ਕਿਉਂਕਿ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਝੁਕੋਗੇ ਨਹੀਂ। ਜਿਹੜੇ ਲੋਕ ਤੁਹਾਨੂੰ ਸਿਆਸੀ ਲੋਕ ਆਪਣੀ ਤਾਕਤ ਦੇ ਨਾਲ ਝੁਕਾਉਣਾ ਚਾਹੁੰਦੇ ਆ, ਸੰਗਤ ਦਾ ਕਿਹੋ ਜਿਹਾ ਰੁਝਾਨ ਹੈ? ਦੇਸ਼ ਦੀ ਗੱਲ ਕਰ ਲਈ, ਵਿਦੇਸ਼ ਦੀ, ਤੁਹਾਡੇ ਨਾਲ ਸੰਗਤ ਦਾ ਕਿਹੋ ਜਿਹਾ ਰੁਝਾਨ? ਨਹੀਂ, ਮੈਂ ਕਦੇ ਗਿਣਤੀਆਂ ਇੱਦਾਂ ਨਹੀਂ ਦੇਖਦਾ ਹੁੰਦਾ ਵੀ ਵੇਖੋ ਜੀ ਇੰਨੇ ਲੋਕਾਂ ਨੇ। ਕੱਲ੍ਹ ਇਹਨਾਂ ਨੇ ਕਿਹਾ ਵੀਡੀਓ ਸ਼ੇਅਰ ਨਾ ਕਰੋ, ਸਾਡੇ 2-3 ਚੱਲਦੇ ਨੇ, ਉਹਦੇ 'ਤੇ ਘੱਟ ਤੋਂ ਘੱਟ 40-45 ਹਜ਼ਾਰ ਲੋਕਾਂ ਨੇ ਕੀਤੀ ਹੋਣੀ ਹੈ। ਕਰਨ ਵਾਲੇ ਕਰੀ ਜਾਂਦੇ ਹੈ, ਪਰ ਮੈਂ ਇਹਨੂੰ ਨਹੀਂ ਮੰਨਦਾ ਵੀ ਇਹ ਕੋਈ
ਤੂਫਾਨ ਹੈ। ਵੇਖੋ ਵੱਡੀਆਂ ਧਿਰਾਂ ਨੇ, ਤਾਕਤਵਰ ਉਹ ਲੋਕ ਨੇ, ਉਹਨਾਂ ਕੋਲ ਪੈਸਾ ਹੈ, ਉਹਨਾਂ ਕੋਲ ਪੂਰੀ ਪਾਵਰ ਹੈ, ਅਤੇ ਇਸ ਕਰਕੇ ਮੈਂ ਆਪਣੇ ਵੱਲੋਂ ਆਪਣਾ ਕੰਮ ਕਰ ਰਿਹਾ। ਕੁਛ ਬੰਦੇ ਹੈਗੇ ਹੈ ਦੇਸ਼ ਵਿੱਚ ਅਤੇ ਵਿਦੇਸ਼ ਵਿੱਚ ਜਿਨ੍ਹਾਂ ਨੂੰ ਇਹ ਲੱਗਦਾ ਕਿ ਢੱਡਰੀਆਂ ਵਾਲਾ ਠੀਕ ਹੈ। ਕੁਛ ਨਵੇਂ ਬੱਚੇ ਹੈ, ਨਵੀਂ ਪੀੜ੍ਹੀ ਹੈ, ਉਹਨਾਂ ਨੂੰ ਮੇਰੀਆਂ ਗੱਲਾਂ ਸਿੱਧੀਆਂ ਸਿੱਧੀਆਂ ਗੱਲਾਂ ਕਰਦਾ, ਸਮਝ ਸੌਖੀ ਪੈਂਦੀ ਹੈ, ਉਹ ਇਸ ਕਰਕੇ ਭਰਾ ਵਾਂਗੂ ਮੈਨੂੰ ਸਮਝਦੇ ਆ। ਕੁਛ ਹੈਗੇ ਹੈ, ਪਰ ਮੈਂ ਇੱਦਾਂ ਨਹੀਂ ਕਹਿੰਦਾ ਕਿ ਬੜਾ ਦੁਨੀਆ ਦੇ ਵਿੱਚ ਵੀ ਸਮਾਜ ਬਦਲ ਜਾਣਾ ਯਾਰ। ਸਭ ਨੇ ਆਪਣੇ ਗੁਰਦੁਆਰੇ ਚਲਾਉਣੇ ਨੇ, ਕਮੇਟੀਆਂ ਨੇ ਗੋਲਕਾਂ ਬੱਲੇ ਬੱਲੇ ਸਰੋਪੇ ਇੱਕ ਦੂਜੇ ਨੂੰ ਦੇਣੇ ਲੈਣੇ ਆ। ਢੱਡਰੀਆਂ ਵਾਲੇ ਨੇ ਉਹਨਾਂ ਨੂੰ ਕੀ ਦੇਣਾ? ਜਥੇਦਾਰ ਜਾਊਗਾ, ਟੌਰ ਬਣੂਗੀ, ਜਥੇਦਾਰ ਜੀ ਸਨਮਾਨਿਤ ਕਰਨਗੇ, ਵਿਦੇਸ਼ਾਂ ਵਾਲੀਆਂ ਕਮੇਟੀਆਂ ਇੰਡੀਆ ਆਉਣਗੀਆਂ, ਫਿਰ ਉਹਨਾਂ ਨੂੰ ਸਪੈਸ਼ਲ VIP ਰਾਹ 'ਚੋਂ ਲੰਘਾਇਆ ਜਾਊਗਾ, ਅਕਾਲ ਤਖਤ 'ਤੇ ਸਨਮਾਨਿਤ ਹੋਣਗੇ। ਉਹਨਾਂ ਨੂੰ ਫਿਰ ਉਹਨਾਂ ਲੋਕਾਂ ਦੀ ਲੋੜ ਹੈ। ਮੇਰੇ ਵਰਗੇ ਬੰਦੇ ਨੇ, ਢੱਡਰੀਆਂ ਵਾਲੇ ਨੇ, ਉਹਨਾਂ ਨੂੰ ਕੀ ਦੇ ਦੇਣਾ? ਇਸ ਕਰਕੇ ਕੁਛ ਹੈਗੇ ਆ ਵੀਰ ਸੁਹਿਰਦ ਜਿਹੜੇ ਮਾੜਾ ਮੋਟਾ ਲੱਗਦਾ, ਜਿਹੜੇ ਮੇਰੇ ਹੱਕ 'ਚ ਵੀ ਹੈਗੇ ਆ, ਪਰ ਮੈਂ ਇੱਦਾਂ ਨਹੀਂ ਮੰਨ ਕੇ ਚੱਲਦਾ ਵੀ ਲੱਖਾਂ ਹੀ ਲੋਕ ਬਦਲ ਜਾਣਗੇ, ਇੱਦਾਂ ਨਹੀਂ। ਅੰਤ ਦੇ ਵਿੱਚ ਤੁਸੀਂ ਸਿੱਖ ਸੰਗਤ ਨੂੰ, ਸਿਆਸੀ ਆਗੂਆਂ ਨੂੰ, ਧਾਰਮਿਕ ਆਗੂਆਂ ਨੂੰ ਕੀ ਕਹਿਣਾ ਚਾਹੋਗੇ ਇਸ ਸਾਰੇ ਵਿਵਾਦ? ਮੈਂ ਇੰਨਾ ਹੀ ਬੇਨਤੀ, ਵੇਖੋ ਧਾਰਮਿਕ ਆਗੂ ਤਾਂ ਸਾਰੇ ਜਿਹੜੇ ਹੈ ਉੱਧਰ ਹੀ ਰਹਿਣਾ, ਉਹਨਾਂ ਨੇ ਚਾਹੇ ਕੋਈ ਵੀ ਹੈ, ਉਹਨਾਂ ਨੇ ਉੱਧਰ ਹੀ ਰਹਿਣਾ ਹੈ, ਕਿਉਂਕਿ ਉੱਧਰਲੇ ਪਾਸੇ ਅਗਲੇ ਲੁਕੇ ਅਕਾਲ ਤਖਤ ਦੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਹੈ। ਅਸੀਂ ਵੀ ਸਤਿਕਾਰ ਕਰਦੇ ਹਾਂ ਛੇਵੇਂ ਪਾਤਸ਼ਾਹ ਦਾ, ਗੁਰੂ ਰਾਮਦਾਸ ਦਾ, 100 ਵਾਰ ਮੱਥਾ ਟੇਕਣ ਜਾਈਏ, ਪਰ ਮਸਲਾ ਹੈਗਾ ਆ ਇਹਨਾਂ ਦਾ ਲੁਕਣ ਦਾ, ਉਹਦੇ ਪਿੱਛੇ ਲੁਕਦੇ ਹੈ। ਕਰਨੀ ਇਹਨਾਂ ਨੇ ਮਨਮਰਜ਼ੀ ਹੈ। ਹੁਣ ਇਹ ਜਿਹੜਾ ਫੈਸਲਾ ਵੀ ਪੰਥ 'ਚੋਂ ਬਾਹਰ ਕੱਢ ਦਿਓ ਜੀ, ਆਹ ਕਰ ਦਿਓ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਨਹੀਂ ਹੈਗਾ, ਇਹਨਾਂ ਦਾ। ਇਹ ਸ਼ਾਮਲ ਵੀ ਇਹੀ ਕਰਦੇ ਆ, ਕੱਢਦੇ ਵੀ ਇਹੀ ਹੈ, 5-4 ਬੰਦੇ ਪੰਥ ਬਣੇ ਆ। ਰਹੀ ਗੱਲ ਆਮ ਲੋਕਾਂ ਦੀ, ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ, ਸਭ ਕੁਛ ਅਵੇਲੇਬਲ ਹੈਗਾ, ਗ੍ਰੰਥ ਵੀ ਇੱਥੇ ਹੀ ਨੇ, ਉਹ ਵੀ ਦੇਖ ਲਓ। ਬਾਕੀ ਤੁਸੀਂ ਕਹੀ ਵੀ ਕਿੱਧਰ ਜਾਵੇ, ਸਿੱਖ ਕਨਫਿਊਜ਼ ਹੋ ਰਿਹਾ ਹੈ, ਇਸੇ ਲੜ ਰਹੇ ਨੇ ਜੀ। ਨਹੀਂ ਭਰਾਵੋ, ਦੁਕਾਨ ਕੱਪੜਾ ਖਰੀਦਣ ਜਾਂਦੇ ਆ ਤਾਂ ਬੜੇ ਬੰਦੇ ਆਵਾਜ਼ਾਂ ਮਾਰਦੇ ਆ, ਸਾਡੀ ਦੁਕਾਨ 'ਤੇ ਆ ਜਾ, ਸਾਡੀ 'ਤੇ ਆ ਜਾ। ਸਬਜ਼ੀ ਖਰੀਦਣ ਜਾਂਦੇ ਆ, ਬੜੇ ਬੰਦੇ ਆਵਾਜ਼ਾਂ ਮਾਰਦੇ ਆ। ਉੱਥੇ ਫਿਰ ਅਸੀਂ ਆਪਣੀ ਕਾਮਨ ਸੈਂਸ ਨਾਲ ਵੇਖਦੇ ਹਾਂ ਵੀ ਠੀਕ ਕੀ ਹੈ। ਸਮਾਜ ਵਿੱਚ ਕੋਈ ਢੱਡਰੀਆਂ ਵਾਲਾ ਨਹੀਂ ਰਹਿੰਦਾ, ਕੋਈ ਇੱਥੇ ਮਸ਼ੀਨਰੀ ਨਹੀਂ ਰਹਿੰਦੇ, ਕੋਈ ਇੱਥੇ ਟਕਸਾਲੀ ਨਹੀਂ ਬੈਠੇ, ਇਕੱਲੇ ਕੋਈ ਜਥੇਦਾਰ ਸਮਾਜ 'ਚ ਨਹੀਂ ਰਹਿੰਦਾ। ਰਹਿੰਦੇ ਹੋ ਤੁਸੀਂ ਆਮ ਲੋਕ, ਤੁਸੀਂ ਆਪਣੀ ਜ਼ਿੰਦਗੀ ਜੀਣੀ ਹੈ, ਤੁਸੀਂ, ਤੁਹਾਡੇ ਸਾਹਮਣੇ ਸਾਰਾ ਕੁਛ ਹੈਗਾ ਆ, ਨੈੱਟ ਦੇ ਉੱਤੇ ਹੈ, ਚੈਨਲਾਂ ਦੇ ਉੱਤੇ ਹੈ, ਤੁਸੀਂ ਧਿਆਨ ਲਾ ਕੇ ਸੁਣੋ। ਤੁਹਾਨੂੰ ਜਿਹੜੀ ਠੀਕ ਲੱਗਦੀ ਹੈ ਚੂਜ਼ ਕਰ ਲਓ, ਜਿਹੜਾ ਨਹੀਂ ਚੰਗਾ ਲੱਗਦਾ ਡਸਟਬੀਨ ਉਹਦੇ 'ਤੇ ਬਣਿਆ ਹੁੰਦਾ ਹੈ, ਨੈੱਟ ਦੇ ਇਹਦੇ ਉੱਤੇ ਵੀ ਹੁੰਦਾ ਨਾ, YouTube 'ਤੇ ਉਹ ਡਸਟਬੀਨ ਬਣਿਆ ਹੁੰਦਾ, ਉਹਨੂੰ ਡਸਟਬੀਨ 'ਚ ਪਾ ਦਿਓ ਉਸ ਵੀਡੀਓ ਨੂੰ, ਵੀ ਆਹ ਨਹੀਂ ਅਸੀਂ ਸੁਣਨੀ। ਜਿਹੜੀ ਠੀਕ ਲੱਗਦੀ ਹੈ ਸੁਣ ਲਓ। ਇਹ ਨਾ ਕਹੋ ਵੀ ਸਿੱਖ ਕਨਫਿਊਜ਼ ਹੋ ਗਿਆ। ਕਿਉਂ ਕਨਫਿਊਜ਼ ਹੋ ਗਿਆ? ਕਨਫਿਊਜ਼ ਅੱਗੇ ਮੈਂ ਉੱਧਰ ਵੀ ਗੱਲ ਕਰਕੇ ਆਇਆ, ਪੱਤਰਕਾਰ ਮੇਰੇ ਨਾਲ ਗੱਲ ਕਰਦੇ ਸੀ ਵੀ ਹੁਣ ਇੱਕ ਸਟੇਟਮੈਂਟ ਹੈਗੀ ਹੈ ਕਿ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ, ਇੱਕ ਸਟੇਟਮੈਂਟ ਹੈਗੀ ਹੈ ਮੁੰਡਾ ਜ਼ਰੂਰ ਚਾਹੀਦਾ। ਇੱਕ ਪਾਸੇ ਖੜ੍ਹ ਜਾਓ ਵੀ ਕਿਹੜੀ ਠੀਕ ਲੱਗਦੀ ਵੀ ਕੋਈ ਧੀ ਪੁੱਤ 'ਚ ਫਰਕ ਨਹੀਂ, ਜਾਂ ਫਿਰ ਮੁੰਡਾ ਜ਼ਰੂਰ ਚਾਹੀਦਾ। ਮਤਲਬ ਇੱਕ ਪਰੰਪਰਾਵਾਦੀ ਸੋਚ ਹੈ, ਇੱਕ ਅੱਜ ਦੇ ਸਮਾਜ ਨਾਲ ਰਲਣ ਵਾਲੀ ਸੋਚ ਹੈ। ਜਿਹੜੀ ਤੁਹਾਨੂੰ ਠੀਕ ਲੱਗਦਾ ਤੁਸੀਂ ਲੈ ਲਓ, ਕਨਫਿਊਜ਼ ਕਿਉਂ ਹੋਣਾ? ਇਹ ਸਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਜਿਨ੍ਹਾਂ ਨੇ ਜੋ ਵਿਵਾਦ ਇੰਨੇ ਦਿਨੀ ਚੱਲ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ, ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਇਕੱਤਰਤਾ ਦੇ ਵਿੱਚ ਜੋ ਗੱਲਾਂ ਕਹੀਆਂ ਗਈਆਂ ਨੇ, ਉਹਨਾਂ ਗੱਲਾਂ ਦੇ ਬਾਰੇ ਸਾਡੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਖੁੱਲ੍ਹ ਕੇ ਚਰਚਾ ਕੀਤੀ ਹੈ। ਸਾਰੀ ਗੱਲਬਾਤ ਦੇ ਉੱਤੇ ਚਾਨਣਾ ਪਾਇਆ ਹੈ। ਸਿਆਸਤ ਅਤੇ ਧਾਰਮਿਕ ਜਿਹੜੀਆਂ ਮੁੱਦਿਆਂ ਦੀਆਂ ਗੱਲਾਂ ਵੀ ਹੋਈਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਜਿਸ ਤਰ੍ਹਾਂ ਭਾਈ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਅਗਲੇ ਜੋ ਸਟੈਪ ਨੇ ਇਹਨਾਂ ਨੇ ਪਹਿਲਾਂ ਹੀ ਦੱਸ ਦਿੱਤੇ ਨੇ ਕਿ ਇਹ ਸਟੈਪ ਜਿਹੜੇ ਆ ਉਹ ਅਕਾਲ ਤਖਤ ਸਾਹਿਬ ਦੇ ਵੱਲੋਂ ਲਏ ਜਾਂਦੇ ਆ ਜਾਂ ਕੋਈ ਹੋਰ ਹੈ ਜਿਹੜਾ ਉਹ ਪੱਖ ਅਪਣਾਇਆ ਜਾਂਦਾ ਹੈ।